ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਹੈ ਪ੍ਰਭਜੋਤ ਸਿੰਘ। ਵੈਲਕਮ ਟੂ ਮਾਈ YouTube ਚੈਨਲ। ਅੱਜ ਆਪਾਂ ਚੈਨਲ ਦੀ ਪਹਿਲੀ ਵੀਡੀਓ ਸ਼ੂਟ ਕਰਨ ਲੱਗੇ ਹਾਂ, ਜਿਹਦੇ ਵਿੱਚ ਕਿ ਮੈਂ ਆਪਣੀ ਹੀ ਗੱਡੀ ਦਾ ਇੱਕ ਰਿਵਿਊ ਕਰੂੰਗਾ। ਮੇਰੇ ਕੋਲ ਕਿਹੜੀ ਕਾਰ ਆ ਤੇ ਮੈਂ ਕਾਫੀ ਗੱਡੀ ਦੇ ਮੋਡੀਫਿਕੇਸ਼ਨਸ ਵੀ ਕੀਤੇ ਆ, ਬਾਹਰੋਂ ਵੀ ਤੇ ਇੰਟੀਰੀਅਰ ਦੇ ਵੀ। ਉਹ ਵੀ ਮੈਂ ਇਹਦੇ ਵਿੱਚ ਦਿਖਾਊਂਗਾ ਕਿ ਮੈਂ ਕੀ ਕੀ ਕਰਿਆ। ਤੇ ਉਸ ਤੋਂ ਇਲਾਵਾ ਆਪਾਂ ਦੇਖਾਂਗੇ ਗੱਡੀ ਦੀ ਬਾਹਰੋਂ ਲੁੱਕ ਤੇ ਇੰਟੀਰੀਅਰ ਚੈੱਕ ਕਰਾਂਗੇ, ਫੀਚਰਸ ਚੈੱਕ ਕਰਾਂਗੇ ਕੀ ਕੀ ਆ, ਤੇ ਕਿੰਨੇ ਦੀ ਗੱਡੀ ਮੈਂ ਬਾਏ ਕੀਤੀ ਸੀਗੀ, ਕਿੰਨੀ ਮੇਰੀ ਕਿਸ਼ਤ ਜਾਂਦੀ ਆ, ਤੇ ਸਭ ਤੋਂ ਇੰਪੋਰਟੈਂਟ ਚੀਜ਼ ਕਿ ਨਵੇਂ ਸਟੂਡੈਂਟ ਨੂੰ ਗੱਡੀ ਬਾਏ ਕਰਨੀ ਚਾਹੀਦੀ ਆ ਇਹ ਕਿ ਨਹੀਂ ਕਰਨੀ ਚਾਹੀਦੀ, ਉਹਦੇ ਬਾਰੇ ਆਪਾਂ ਗੱਲਾਂ ਕਰਾਂਗੇ। ਸੋ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ ਗੱਡੀ ਦੇ ਐਕਸਟੀਰੀਅਰ ਨਾਲ। ਸੋ ਆ ਮੇਰੇ ਕੋਲ ਗੱਡੀ ਹੈ, ਤੁਸੀਂ ਦੇਖ ਸਕਦੇ ਹੋ, ਇਹ ਹੈਗੀ ਆ 2017 ਟੋਯੋਟਾ ਕਰੋਲਾ। ਤੇ ਪਹਿਲਾਂ ਇੱਕ ਵਾਰ ਆਪਾਂ ਵਾਕ ਅਰਾਊਂਡ ਕਰਦੇ ਹਾਂ ਗੱਡੀ ਦਾ। ਹੁਣ ਜੇ ਗੱਲ ਕਰੀਏ ਗੱਡੀ ਦੀ, ਮੈਂ ਬਾਹਰੋਂ ਕੀ ਕੀ ਮੋਡੀਫਿਕੇਸ਼ਨ ਕਰਾਏ ਆ। ਸੋ ਪਹਿਲਾਂ ਮੋਡੀਫਿਕੇਸ਼ਨ ਮੈਂ ਕਰਾਏ ਸੀਗੇ, ਇਹਦੇ ਮੈਂ ਟਾਇਰ ਅਪਗ੍ਰੇਡ ਕਰਾਏ ਸੀਗੇ। ਅਹ ਇਹਦੇ ਗੱਡੀ ਦੇ ਮਾਡਲ ਨਾਲ ਅਲੋਏ ਵੀਲਸ ਨਹੀਂ ਆਉਂਦੇ। ਇਹ ਮੈਂ ਅਲੋਏ ਵੀਲਸ 2018 ਕਰੋਲਾ ਸਪੋਰਟਸ ਮਾਡਲ ਦੇ ਅਲੋਏ ਵੀਲ ਚ ਲਾਏ ਹੋਏ ਆ। ਨੈਕਸਟ ਜੇ ਆਪਾਂ ਗੱਲ ਕਰੀਏ ਕਿ ਇਹਦੇ ਮੈਂ ਕੈਲੀਪਰ ਪੇਂਟ ਕੀਤੇ ਸੀਗੇ, ਜੋ ਕਿ ਇੱਕ ਵਧੀਆ ਅਪਗ੍ਰੇਡ ਆ ਤੁਹਾਡੀ ਕਾਰ ਨੂੰ। ਨੈਕਸਟ ਚੀਜ਼ ਜੋ ਕਿ ਮੈਂ ਕਰਾਈ ਸੀਗੀ, ਉਹ ਇਹਦੇ ਮੈਂ ਵਿੰਡੋ ਟਿੰਟ ਕਰਾਏ ਸੀ। ਤੁਸੀਂ ਦੇਖ ਸਕਦੇ ਹੋ ਵਿੰਡੋ ਬਿਲਕੁਲ ਡਾਰਕ ਟਿੰਟ ਨਹੀਂ ਹੈਗੇ, ਕਿਉਂਕਿ ਮੇਰੀ ਪ੍ਰੈਫਰੈਂਸ ਸੀਗੀ ਕਿ ਸਾਰੇ ਪਾਸਿਓਂ ਗੱਡੀ ਇੱਕ ਸੇਮ ਲੈਵਲ ਤੇ ਹੋਵੇ ਟਿੰਟ, ਤੇ ਨਾ ਕਿ ਮੈਨੂੰ ਉਹ ਸ਼ੇਡ ਨਹੀਂ ਵਧੀਆ ਲੱਗਦੇ ਕਿ ਫਰੰਟ ਤੇ ਘੱਟ ਕੁ ਹੋਵੇ ਤੇ ਪਿੱਛੇ ਜ਼ਿਆਦਾ ਹੋਵੇ। ਸੋ ਮੈਂ ਪ੍ਰੈਫਰ ਕੀਤਾ ਕਿ ਮੈਂ ਸਾਰਾ ਹੀ ਇੱਕ ਘੱਟ ਤੇ ਹੀ ਕਰਾ ਲੈਂਦਾ। ਨੈਕਸਟ ਚੀਜ਼ ਮੈਂ ਕਰਾਈ ਸੀਗੀ ਗੱਡੀ ਦੀ ਟੇਲ ਲਾਈਟ। ਮੈਂ ਐਕਚੁਅਲੀ ਕਰਾਈ ਨਹੀਂ ਸੀ, ਮੈਂ ਆਪ ਹੀ ਕਰੀ ਸੀ। ਮੈਂ ਇਹ ਪੇਂਟ ਕੀਤੀ ਸੀਗੀ। ਇਹ ਟੈਂਟ ਨਹੀਂ ਕੀਤੀ ਹੋਈ ਹੈ, ਪੇਂਟ ਕੀਤੀ ਹੋਈ ਹੈ। ਮੈਂ ਲਾਈਟਾਂ ਬਾਹਰ ਕੱਢ ਕੇ ਟੇਪਿੰਗ ਚੰਗੀ ਤਰ੍ਹਾਂ ਕਰਕੇ ਤੇ ਇਹਦਾ ਸਪੈਸ਼ਲ ਪੇਂਟ ਆਉਂਦਾ, ਮੈਂ ਉਹ ਯੂਜ਼ ਕੀਤਾ ਸੀਗਾ। ਤੇ ਫਿਰ ਆਪਾਂ ਕਸਟਮ ਪਲੇਟ ਲਈ ਹੋਈ ਆ ਸਰਨੇਮ ਦੇ ਉੱਤੇ। ਤੁਸੀਂ ਦੇਖ ਸਕਦੇ ਹੋ ਐਲਈ ਟ੍ਰਿਮ। ਐਂਡ ਬੇਸਿਕਲੀ ਆਹੀ ਬਾਹਰੋਂ ਮੋਡੀਫਿਕੇਸ਼ਨਸ ਮੈਂ ਕਰਾਏ ਆ ਗੱਡੀ ਦੇ। ਤੇ ਇੱਕ ਚੀਜ਼ ਜੋ ਕਿ ਮੈਂ ਇੰਟੀਰੀਅਰ ਦੇ ਵਿੱਚ ਤੁਹਾਨੂੰ ਸ਼ੋਅ ਕਰੂੰਗਾ ਅੰਡਰਗਲੋ ਲਾਈਟਸ ਤੇ, ਉਹ ਐਕਚੁਅਲੀ ਮੈਂ ਅੰਡਰਗਲੋ ਲਾਈਟਸ ਜਿਹੜੀ ਕਿ ਪਿੱਛੇ ਜਾਣੀ ਚਾਹੀਦੀਆਂ ਨੇ ਪਿਛਲੀ ਸੀਟਾਂ ਤੇ, ਉਹ ਮੈਂ ਐਕਚੁਅਲੀ ਬਾਹਰ ਕੱਢਤੀਆਂ ਸੀਗੀਆਂ। ਹੁਣ ਜੇ ਆਪਾਂ ਗੱਲ ਕਰੀਏ ਕਾਰ ਦੇ ਇੰਟੀਰੀਅਰ ਦੀ, ਤਾਂ ਸਭ ਤੋਂ ਪਹਿਲਾਂ ਮੈਂ ਇਹਦੇ ਵਿੱਚ ਅੰਡਰਗਲੋ ਲਾਈਟਸ ਇੰਸਟਾਲ ਕੀਤੀਆਂ ਸੀਗੀਆਂ, ਜਿਹਦੇ ਨਾਲ ਕਿ ਇੱਕ ਮਾਈਕ ਵੀ ਆਉਂਦਾ ਤਾਂ ਜੋ ਇਹ ਮਿਊਜ਼ਿਕ ਨਾਲ ਸਿੰਕ ਕਰਦਾ ਤੇ ਰਾਤ ਨੂੰ ਇਹ ਬਹੁਤ ਸੋਹਣੀ ਲੱਗਦੀਆਂ ਨੇ। ਸੈਕੰਡ ਚੀਜ਼ ਮੈਂ ਕੀਤੀ ਸੀਗੀ, ਮੈਂ EL ਵਾਇਰ ਇੰਸਟਾਲ ਕੀਤੀ ਸੀਗੀ ਪੂਰੇ ਡੈਸ਼ ਦੇ ਅਰਾਊਂਡ। ਐਂਡ ਜਿਹੜੀ ਕਿ ਮੇਰੇ ਕੋਲ ਐਕਸਟਰਾ ਵਾਇਰ ਰਹਿ ਗਈ ਸੀ, ਉਹ ਮੈਂ ਐਕਚੁਅਲੀ ਸਾਈਡ ਤੇ ਗੇਟਾਂ ਤੇ ਵੀ ਇੰਸਟਾਲ ਕਰਤੀਆਂ ਸੀਗੀਆਂ। ਇਹਦੀ ਮੈਂ ਇੱਕ ਵੀਡੀਓ ਅਟੈਚ ਕਰੂੰਗਾ ਇਹਦੇ ਨਾਲ ਹੀ। ਵੀਡੀਓ ਜਦੋਂ ਐਂਡ ਹੋਊਗੀ ਤਾਂ ਉਦੋਂ ਤੁਸੀਂ ਦੇਖ ਸਕਦੇ ਹੋ। ਇਹ ਰਾਤ ਨੂੰ ਲੱਗੀਆਂ ਬਹੁਤ ਸੋਹਣੀਆਂ ਲੱਗਦੀਆਂ ਨੇ। ਹੋਰ ਜੇ ਆਪਾਂ ਗੱਲ ਕਰੀਏ ਇਹਦੇ ਸਟੀਅਰਿੰਗ ਦੀ, ਤਾਂ ਬੇਸਿਕ ਕੰਟਰੋਲ ਜਿਹੜੇ ਕਿ ਹਰੇਕ ਕਾਰ ਦੇ ਵਿੱਚ ਹੁੰਦੇ ਆ, ਮੋਡ ਸਿਲੈਕਟ ਕਰਨਾ ਰੇਡੀਓ FM ਬਲੂਟੁੱਥ ਦੇ ਵਿੱਚ। ਤੇ ਜੇ ਤੁਸੀਂ ਮਿਊਜ਼ਿਕ ਦੇ ਕੰਟਰੋਲ ਦੇਖਣੇ ਆ ਤੇ ਟਰੈਕ ਚੇਂਜ ਕਰਨਾ, ਆਵਾਜ਼ ਘਟਾਉਣੀ ਵਧਾਉਣੀ ਆ, ਇੱਥੇ ਫੋਨ ਦੇ ਫੀਚਰ ਆ ਚੱਕਣ ਦੇ ਲਈ ਤੇ ਕੱਟਣ ਦੇ ਲਈ। ਇੱਥੇ ਡਿਸਪਲੇ ਦਾ ਆਪਸ਼ਨ ਫਰੰਟ ਸਕਰੀਨ ਤੇ ਕੰਮ ਕਰਦਾ। ਫਰੰਟ ਸਕਰੀਨ ਦੇ ਜੇ ਤੁਸੀਂ ਡਿਸਪਲੇ ਚੇਂਜ ਕਰਨਾ, ਜੇ ਉਹਦੀ ਰੇਂਜ ਚੈੱਕ ਕਰਨੀ ਆ ਜਾਂ ਗੱਡੀ ਦੀ ਮਾਈਲੇਜ ਚੈੱਕ ਕਰਨੀ ਆ, ਉਹ ਸਭ ਫੀਚਰ ਉੱਥੋਂ ਸਿਲੈਕਟ ਹੁੰਦੇ ਆ। ਉੱਤੇ ਵੌਇਸ ਕਮਾਂਡ ਦਾ ਫੀਚਰ ਆ, ਜੋ ਕਿ ਮੈਂ ਪਰਸਨਲੀ ਯੂਜ਼ ਨਹੀਂ ਕਰਦਾ, ਕਿਉਂਕਿ ਜੇ ਫੋਨ ਲਾਉਣ ਨੂੰ ਕਹੋ ਕੁਛ ਵੀ ਕਰੋ ਤਾਂ ਉਹ ਸਮਝ ਹੀ ਨਹੀਂ ਲੱਗਦੀ 4-5 ਵਾਰ ਤੱਕ ਤਾਂ। ਸੋ ਮੈਨੂੰ ਉਹ ਫੀਚਰ ਨਹੀਂ ਇੰਨਾ ਵਧੀਆ ਲੱਗਦਾ। ਥੱਲੇ ਇਹਦੇ ਕਰੂਜ਼ ਕੰਟਰੋਲ ਦਾ ਆਪਸ਼ਨ ਸਟੀਅਰਿੰਗ ਤੇ ਹੁੰਦਾ, ਤੇ ਇਹ ਟੋਯੋਟਾ ਦੀ ਜ਼ਿਆਦਾਤਰ ਗੱਡੀਆਂ ਦੇ ਵਿੱਚ ਸਟੀਅਰਿੰਗ ਦੇ ਥੱਲੇ ਹੀ ਦਿੱਤਾ ਹੁੰਦਾ, ਨਾ ਕਿ ਸਟੀਅਰਿੰਗ ਦੇ ਬਟਨਸ ਦੇ ਨਾਲ। ਆਹ ਫੀਚਰ ਜੋ ਕਿ ਤੁਸੀਂ ਦੇਖ ਸਕਦੇ ਹੋ, ਇਹ ਦੋ ਫੀਚਰ ਟੋਯੋਟਾ ਨੇ 2017 ਤੋਂ ਬਾਅਦ ਹੀ ਆਪਣੀ ਗੱਡੀਆਂ ਦੇ ਵਿੱਚ ਪਾਏ ਸੀਗੇ। ਜੇ ਤੁਸੀਂ 2016 ਕਰੋਲਾ ਦੇਖੋਗੇ, ਉਹਦੇ 'ਚ ਤੁਹਾਨੂੰ ਫੀਚਰ ਨਹੀਂ ਮਿਲਣਾ। ਲੈਫਟ ਸਾਈਡ ਵਾਲਾ ਜੀ ਲੇਨ ਡਿਪਾਰਚਰ ਅਸਿਸਟ, ਜਿਹਦਾ ਕਿ ਮਤਲਬ ਹੁੰਦਾ ਇੱਕ ਫਰਸਟ ਥਿੰਗ, ਇਹ ਕੰਮ 50 ਕਿਲੋਮੀਟਰਸ ਤੋਂ ਵੱਧ ਸਪੀਡ ਤੇ ਹੀ ਕਰਦਾ। ਤੇ ਜੇ ਤੁਹਾਡੀ ਕਾਰ 50 ਤੋਂ ਵੱਧ ਸਪੀਡ ਤੇ ਆ, ਕੋਈ ਸੜਕ ਤੇ ਆ, ਹਾਈਵੇ ਤੇ ਆ, ਤੇ
ਇਹ ਆਟੋਮੈਟਿਕ ਜੇ ਤੁਹਾਡੀ ਗੱਡੀ ਲੇਨ ਤੋਂ ਬਾਹਰ ਜਾਂਦੀ ਆ, ਸੋ ਇਹ ਆਪੇ ਸਟੀਅਰਿੰਗ ਨੂੰ ਵਾਈਬ੍ਰੇਟ ਕਰਕੇ ਤੇ ਉਹ ਮਕੈਨਿਜ਼ਮ ਜੋ ਵੀ ਆ ਉਹਦੇ ਵਿੱਚ ਉਹ ਸਟੀਅਰਿੰਗ ਨੂੰ ਆਪੇ ਟਿਲਟ ਕਰਕੇ ਤੇ ਸੜਕ ਤੇ ਲੈ ਆਉਂਦਾ। ਨੈਕਸਟ ਚੀਜ਼ ਜੋ ਕਿ ਨਾਲ ਆ ਉਹ ਅਡੈਪਟਿਵ ਕਰੂਜ਼ ਕੰਟਰੋਲ ਤੋਂ ਰਿਲੇਟਡ। ਜਦੋਂ ਤੁਹਾਡੀ ਕਾਰ ਫੋਰ ਐਗਜ਼ਾਮਪਲ 110 ਤੇ ਤੁਸੀਂ ਕਰੂਜ਼ ਲਾਏ ਤੇ ਤੁਸੀਂ ਹਾਈਵੇ ਤੇ ਜਾ ਰਹੇ ਹੋ, ਤੇ ਫੋਰ ਐਗਜ਼ਾਮਪਲ ਤੁਹਾਡੀ ਸਾਹਮਣੇ ਇੱਕ ਹੋਰ ਗੱਡੀ ਆ ਜਾਏ ਜੋ ਕਿ 100 ਦੀ ਸਪੀਡ ਤੇ ਜਾ ਰਹੀ ਆ, ਸੋ ਇਹ ਉਹ ਗੱਡੀ ਦੇ ਨੇੜੇ ਜਾ ਕੇ ਆਪਣੇ ਆਪ ਉਹ ਗੱਡੀ ਦੀ ਸਪੀਡ ਨਾਲੋਂ ਮੈਚ ਕਰ ਲੈਂਦਾ, ਨਾ ਕਿ ਜੇ ਤੁਸੀਂ ਸਿਰਫ ਬਾਕੀ ਗੱਡੀਆਂ ਨਾਲੋਂ ਕਰੂਜ਼ ਸੈੱਟ ਕਰ ਲਿਆ ਤੇ 110 ਦੇ ਵਿੱਚ ਜਾ ਕੇ ਵੱਜੂਗਾ ਤੇ ਬ੍ਰੇਕ ਨਹੀਂ ਮਾਰਨੇ। ਇਹਨੇ ਆਟੋਮੈਟਿਕ ਆਪਣੀ ਗੱਡੀ ਦੀ ਸਪੀਡ ਓਨੀ ਕਰਕੇ ਸਾਹਮਣੇ ਵਾਲੀ ਗੱਡੀ ਨਾਲ ਮੈਚ ਕਰ ਲੈਣੀ ਆ। ਉਹ 80 ਦੀ ਸਪੀਡ ਹੋਵੇ ਚਾਹੇ 100 ਦੀ ਸਪੀਡ ਹੋਵੇ, ਇਹਨੇ ਓਨੀ ਸਪੀਡ ਕਰ ਲੈਣੀ ਆ। ਤੇ ਇਹ ਫੀਚਰ ਹੁੰਦਾ ਕਿ ਤੁਹਾਡੀ ਤੇ ਸਾਹਮਣੇ ਵਾਲੀ ਗੱਡੀ ਦੀ ਕਾਰ ਦੇ ਵਿੱਚ ਡਿਸਟੈਂਸ ਕਿੰਨਾ ਤੁਸੀਂ ਸੈੱਟ ਕਰਨਾ। ਜਿੰਨਾ ਵੱਧ ਕਰੋਗੇ 3 ਪੁਆਇੰਟ ਸਭ ਤੋਂ ਵੱਧ ਹੁੰਦਾ, 1 ਪੁਆਇੰਟ ਤੇ ਘੱਟ ਹੁੰਦਾ। ਇੱਥੇ ਜੇ ਆਪਾਂ ਗੱਲ ਕਰੀਏ ਸੈਂਟਰ ਦੇ ਵਿੱਚ ਘੜੀ ਦਿੱਤੀ ਹੋਈ ਆ, ਸਾਈਡ ਤੇ ਏਸੀ ਦੇ ਵੈਂਟਸ, ਉਸ ਤੋਂ ਥੱਲੇ ਐਮਰਜੈਂਸੀ 4 ਫਲੈਸ਼ਰ ਜੇ ਤੁਹਾਨੂੰ ਲਾਉਣੇ ਪੈ ਜਾਣ ਉਹਦਾ ਕੰਟਰੋਲ ਆ। ਸੈਂਟਰ ਦੇ ਵਿੱਚ ਸਕਰੀਨ ਦਿੱਤੀ ਗਈ ਹੈ ਜੋ ਕਿ ਇੰਨੇ ਕੁ ਬਜਟ ਦੀ ਕਾਰ ਦੇ ਹਿਸਾਬ ਨਾਲ ਗੁੱਡ ਇਨਫ ਆ। ਸਾਈਡ ਤੇ ਆਡੀਓ ਦੇ ਕੰਟਰੋਲਸ ਮਿਲ ਜਾਂਦੇ ਤੁਹਾਨੂੰ, ਸੈਟਅਪ ਦੇ ਵਿੱਚ ਸੈਟਿੰਗਸ ਦੀ ਆਪਸ਼ਨ ਮਿਲ ਜਾਂਦੀ ਆ। ਕਾਰ ਦੇ ਵਿੱਚ ਜਾ ਕੇ ਤੁਹਾਨੂੰ ਕਾਰ ਦਾ ਰਿਕਾਰਡ ਚੈੱਕ ਕਰਨ ਨੂੰ ਮਿਲ ਜਾਂਦਾ ਕਿ ਲਾਸਟ ਟ੍ਰਿਪ ਤੁਹਾਡੀ ਕਿੰਨੇ ਮਿੰਟ ਦੀ ਸੀਗੀ, ਕਿੰਨੀ ਤੁਹਾਨੂੰ ਐਵਰੇਜ ਮਿਲੀ ਆ। ਤੇ ਉੱਤੇ ਵੀ ਪਲੇ ਪੌਜ਼ ਦਾ ਆਪਸ਼ਨ ਆ, ਟਰੈਕ ਚੇਂਜ ਕਰਨ ਦਾ ਆਪਸ਼ਨ ਆ ਤੇ ਫੋਨ ਦਾ ਆਪਸ਼ਨ ਆ। ਤੇ ਇੱਥੇ ਵੀ ਇੱਕ ਮੈਨੂਅਲ ਆਵਾਜ਼ ਵਧਾਉਣ ਘਟਾਉਣ ਦਾ ਫੀਚਰ ਦਿੱਤਾ ਹੋਇਆ। ਥੱਲੇ ਦਿੱਤੇ ਹੋਏ ਆ ਇਹਦੇ ਕਲਾਈਮੇਟ ਕੰਟਰੋਲਸ, ਇਹਦੇ ਵਿੱਚ ਆਟੋਮੈਟਿਕ ਕਲਾਈਮੇਟ ਕੰਟਰੋਲ ਵੀ ਤੁਹਾਨੂੰ ਮਿਲ ਜਾਂਦਾ ਜੋ ਕਿ ਬਹੁਤ ਵਧੀਆ ਫੀਚਰ ਆ। ਬਟ ਮੈਂ ਪਰਸਨਲੀ ਯੂਜ਼ ਨਹੀਂ ਕਰਦਾ, ਮੈਂ ਕਿਉਂਕਿ ਜੇ ਆਟੋਮੈਟਿਕ ਤੇ ਆਪਾਂ ਉਹਨੂੰ ਲਾ ਦਈਏ ਤਾਂ ਮੇਰੇ ਹਿਸਾਬ ਨਾਲ ਉਹ ਫੈਨ ਸਪੀਡ ਬਹੁਤ ਹੀ ਜ਼ਿਆਦਾ ਵਧਾ ਦਿੰਦਾ ਤੇ ਏਸੀ ਪਤਾ ਨਹੀਂ ਕਿਉਂ ਚਲਾ ਦਿੰਦਾ, ਹੀਟ ਦੇ ਵਿੱਚ ਵੀ ਜੇ ਆਟੋਮੈਟਿਕ ਕਰਦਾ ਤਾਂ ਏਸੀ ਚਲਾ ਦਿੰਦਾ। ਇੱਥੇ ਤੁਹਾਨੂੰ ਮਿਲ ਜਾਂਦੇ ਆ ਜੀ ਸੀਟਾਂ ਦੇ ਕੰਟਰੋਲ, ਹੀਟਡ ਸੀਟਸ ਹੈਗੀਆਂ ਇਹਦੀਆਂ ਫਰੰਟ ਦੀਆਂ, ਪਿਛਲੀਆਂ ਨਹੀਂ ਹੈਗੀਆਂ। ਫਰੰਟ ਦੇ ਵਿੱਚ ਤੁਸੀਂ ਹਾਈ ਤੇ ਲੋ ਸੈਟਿੰਗ ਦੇ ਵਿੱਚ ਸਿਲੈਕਟ ਕਰ ਸਕਦੇ ਹੋ ਤੇ ਨਾਲ ਦੀ ਨਾਲ ਪਿੱਛੇ ਆ ਜਾਂਦਾ ਇਹਦਾ ਗੇਅਰ, ਹੈਂਡ ਬ੍ਰੇਕ ਐਂਡ ਇੱਥੇ ਮਿਲ ਜਾਂਦਾ ਤੁਹਾਨੂੰ ਟਰੈਕਸ਼ਨ ਕੰਟਰੋਲ, ਜੇ ਤੁਸੀਂ ਆਫ ਕਰਨਾ ਔਨ ਕਰਨਾ, ਸਨੋ ਦੇ ਵਿੱਚ ਕਾਫੀ ਕੰਮ ਆਉਂਦਾ ਇਹ। ਤੇ ਜਿਹੜੀ ਕਿ ਇਹਦੀ ਹਾਇਰ ਵੇਰੀਐਂਟ ਮਾਡਲ ਆਉਂਦਾ ਉਹਦੇ ਵਿੱਚ ਇੱਥੇ ਮੋਡ ਸਿਲੈਕਟ ਦਾ ਬਟਨ ਹੁੰਦਾ, ਇੱਕ ਸਪੋਰਟਸ, ਇਕੋ ਤੇ ਆਈ ਥਿੰਕ ਕੰਫਰਟ, ਐਂਡ ਇੱਥੇ ਤੁਹਾਡਾ ਆ ਜਾਂਦਾ ਗਲਵ ਬਾਕਸ। ਸੋ ਇਹ ਇਹਦੀ ਬੇਸਿਕ ਇੰਟੀਰੀਅਰ ਦੀ ਡਿਸਕ੍ਰਿਪਸ਼ਨ ਸੀਗੀ। ਕਾਫੀ ਵਧੀਆ ਫੀਚਰਸ ਇਹਦੇ ਵਿੱਚ ਆਉਂਦੇ ਆ ਜੋ ਕਿ ਡੇਲੀ ਡਰਾਈਵਰ ਦੇ ਹਿਸਾਬ ਨਾਲ ਜੇ ਮੈਂ ਰਿਵਿਊ ਕਰਨਾ ਹੋਵੇ ਤਾਂ ਮੈਂ ਇਹਨਾਂ ਨੂੰ ਆਲਮੋਸਟ ਐਵਰੀ ਡੇ ਯੂਜ਼ ਕਰਦਾ ਤੇ ਬਹੁਤ ਵਧੀਆ ਫੀਚਰਸ ਨੇ। ਇੱਕ ਫੀਚਰ ਇਹਦੇ ਵਿੱਚ ਹੋਰ ਆਉਂਦਾ ਜੋ ਕਿ ਮੈਂ ਮਿਸ ਕਰਤਾ ਸੀਗਾ, ਉਹ ਆ ਜੀ ਜਦੋਂ ਵੀ ਤੁਸੀਂ ਫੋਰ ਐਗਜ਼ਾਮਪਲ ਤੁਸੀਂ ਹਾਈਵੇ ਤੇ ਜਾ ਰਹੇ ਹੋ, ਚਾਹੇ ਤੁਹਾਡਾ ਕਰੂਜ਼ ਕੰਟਰੋਲ ਵੀ ਲੱਗਿਆ ਹੋਇਆ ਤੇ ਕਈ ਪਤਾ ਨਹੀਂ ਹੁੰਦਾ ਜੇ ਮੂਹਰਲੀ ਗੱਡੀ ਕਿਤੇ ਇੱਕਦਮ ਐਮਰਜੈਂਸੀ ਸਟਾਪ ਲਾ ਦੇਵੇ ਜਾਂ ਇੱਦਾਂ ਦਾ ਕੋਈ ਵੀ ਪ੍ਰੋਬਲਮ ਆ ਜਾਵੇ, ਸੋ ਜੇ ਫੋਰ ਐਗਜ਼ਾਮਪਲ ਤੁਹਾਡਾ ਧਿਆਨ ਉਧਰ ਨਹੀਂ ਆ, ਤੁਸੀਂ ਦੋ ਤਿੰਨ ਸਕਿੰਟ ਵਾਸਤੇ ਵੀ ਇੱਧਰ ਉੱਧਰ ਦੇਖ ਰਹੇ ਹੋ ਤੇ ਸਾਹਮਣੇ ਵਾਲੀ ਗੱਡੀ ਨੇ ਇੱਕਦਮ ਬ੍ਰੇਕ ਮਾਰਤਾ, ਸੋ ਇਹ ਗੱਡੀ ਦਾ ਆਟੋਮੈਟਿਕ ਬ੍ਰੇਕ ਮਾਰਦੀ ਆ। ਇਹ ਪਹਿਲਾਂ ਇਹ 3 ਜਾਂ 4 ਵਾਰ ਵਾਰਨਿੰਗ ਦਿੰਦੀ ਆ ਬੀਪ ਕਰਕੇ ਬ੍ਰੇਕ ਮਾਰਨ ਦੀ, ਜਦੋਂ ਕਿ ਇਹਨੂੰ ਆਲਰੇਡੀ ਸੈਂਸ ਹੋ ਜਾਂਦਾ ਆਪੇ ਕਿ ਸਾਹਮਣੇ ਵਾਲੀ ਗੱਡੀ ਨਾਲ ਡਿਸਟੈਂਸ ਬਹੁਤ ਘੱਟ ਰਹਿ ਗਈ ਆ ਤੇ ਸਪੀਡ ਉਸ ਹਿਸਾਬ ਨਾਲ ਬਹੁਤ ਜ਼ਿਆਦਾ ਆ। ਤੇ ਤਾਂ ਇਹ ਪਹਿਲਾਂ ਤੁਹਾਨੂੰ 3-4 ਵਾਰ ਵਾਰਨਿੰਗ ਦਿੰਦੀ ਆ ਬ੍ਰੇਕ ਮਾਰਨ ਦੀ, ਐਂਡ ਇਫ ਤੁਸੀਂ ਉਹ ਵਾਰਨਿੰਗ ਨੂੰ ਨਹੀਂ ਸੁਣਦੇ ਹੋ ਤੇ ਤੁਸੀਂ ਬ੍ਰੇਕ ਨਹੀਂ ਲਾਉਂਦੇ ਹੋ, ਸੋ ਇਹ ਆਟੋਮੈਟਿਕ ਹੀ ਬ੍ਰੇਕ ਲਾ ਦਿੰਦਾ, ਜੋ ਕਿ ਇੱਕ ਬਹੁਤ ਵਧੀਆ ਸੇਫਟੀ ਫੀਚਰ ਆ ਜੋ ਕਿ ਐਕਸੀਡੈਂਟ ਹੋਣ ਨਾਲੋਂ ਬਚਾ ਸਕਦਾ। ਹੁਣ ਜੇ ਗੱਲ ਕਰੀਏ ਆਪਾਂ ਮੈਂ ਕਾਰ ਕਦੋਂ ਲਈ ਸੀ, ਸੋ ਇਹ ਮੈਂ ਲਈ ਸੀਗੀ ਮੇਰੇ ਲਾਸਟ ਸੈਮੈਸਟਰ, ਜਦੋਂ ਮੇਰੀ ਪੜ੍ਹਾਈ ਕੰਪਲੀਟ ਹੋਣ ਵਾਲੀ ਸੀਗੀ ਮੈਂ ਉਦੋਂ ਲਈ ਸੀ, ਕਿਉਂਕਿ ਮੈਨੂੰ ਪਤਾ ਸੀ ਕਿ ਹੁਣ ਵਰਕ ਪਰਮਿਟ ਤੇ ਆ ਕੇ ਫਿਰ ਮੈਂ ਖਰਚਾ ਚੱਕ ਸਕਦਾ ਗੱਡੀ ਦਾ। ਤੇ ਮੈਨੂੰ ਇਹ ਕਾਰ ਪੈ ਗਈ ਸੀ 14,900 ਦੀ, ਜੋ ਕਿ ਇੱਕ ਪ੍ਰਾਈਸ ਹੁੰਦਾ ਗੱਡੀ ਦਾ ਜਦੋਂ ਜਦੋਂ ਆਪਾਂ ਲੈਣ ਜਾਂਦੇ ਆ। ਤੇ 2 ਸਾਲ ਹੋ ਗਏ ਮੈਨੂੰ ਗੱਡੀ ਲਈ ਨੂੰ, ਹਾਲੇ ਤੱਕ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਗੱਡੀ ਦੇ ਵਿੱਚ। ਸਿਰਫ ਇੱਕ ਇਸ਼ੂ ਆਇਆ ਸੀਗਾ ਕਿ ਇਹਦੇ ਬ੍ਰੇਕਸ ਮੈਨੂੰ ਚੇਂਜ ਕਰਾਉਣੇ ਪੈ ਗਏ ਸੀਗੇ 2 ਵਾਰ, ਕਿਉਂਕਿ ਫਰਸਟ ਟਾਈਮ ਮੈਂ ਇਹਦੇ ਰੋਟਰਸ ਚੇਂਜ ਕਰਾਏ ਸੀਗੇ ਤੇ ਬਟ ਐਕਚੁਅਲੀ ਪ੍ਰੋਬਲਮ ਸੀਗੀ ਕੈਲੀਪਰ ਦੇ ਵਿੱਚ। ਸੋ ਉਹ ਵੀ ਮੈਂ ਆਟੋ ਸੋਰਸ ਤੋਂ ਪਾਰਟ ਬਾਏ ਕੀਤਾ ਸੀਗਾ, ਸੋ ਮੈਨੂੰ ਉਹ 'ਚ 2 ਸਾਲ ਦੀ ਵਾਰੰਟੀ ਮਿਲੀ ਸੀ, ਤਾਂ ਕਰਕੇ ਮੈਨੂੰ ਰੋਟਰਸ ਦਾ ਦੁਬਾਰੇ ਖਰਚਾ ਨਹੀਂ ਆਇਆ। ਸਿਰਫ ਮੈਨੂੰ ਕੈਲੀਪਰ ਨਵੇਂ ਲੈਣੇ ਪਏ ਸੀਗੇ ਤੇ ਮੇਰਾ
ਹਾਲੇ ਤੱਕ ਮੇਰੀ ਗੱਡੀ ਵਧੀਆ ਚੱਲ ਰਹੀ ਹੈ। ਤੇ ਉਸ ਤੋਂ ਇਲਾਵਾ ਸਿਰਫ ਨਾਰਮਲ ਸਰਵਿਸ ਗੱਡੀ ਦੀ ਹੁੰਦੀ ਆ, ਲੱਖ ਕਿਲੋਮੀਟਰ ਤੋਂ ਬਾਅਦ, ਯਾਨੀ ਕਿ ਟਰਾਂਸਮਿਸ਼ਨ ਆਇਲ ਵਗੈਰਾ ਚੇਂਜ ਹੁੰਦੇ ਆ, ਜੋ ਕਿ ਬੇਸਿਕ ਮੇਨਟੇਨੈਂਸ ਲੱਖ ਕਿਲੋਮੀਟਰ ਤੋਂ ਬਾਅਦ ਹੋਣਾ ਚਾਹੀਦਾ। ਉਹ ਮੈਂ ਆਲਰੇਡੀ ਕਰਾ ਲਏ ਸੀਗੇ। ਉਸ ਤੋਂ ਬਾਅਦ ਵੀ ਹਾਲੇ ਤੱਕ ਕੋਈ ਪ੍ਰੋਬਲਮ ਨਹੀਂ ਆਈ ਗੱਡੀ ਦੇ ਵਿੱਚ। ਤੇ ਕਿਸ਼ਤ ਜਾਂਦੀ ਹੈ ਮੇਰੀ 133 ਬਾਈ ਵੀਕਲੀ, 132 ਪੁਆਇੰਟ ਸਮਥਿੰਗ ਜਾਂਦੀ ਹੈ, ਜੇ ਆਪਾਂ ਦੇਖੀਏ ਤਾਂ 133 ਬਾਈ ਵੀਕਲੀ ਮੈਂ ਕਹਿ ਸਕਦਾ। ਤੇ ਕਿਸ਼ਤ ਬਹੁਤ ਠੀਕ ਆ। ਅਹ ਜੇ ਇਸ ਤੋਂ ਤੁਸੀਂ, ਜਿਵੇਂ ਇਹ ਮੈਂ ਲਈ ਸੀਗੀ ਆਲਮੋਸਟ 15,000 ਦੀ ਗੱਡੀ ਸੀਗੀ, ਜੇ ਤੁਸੀਂ ਇਹੀ 20,000 ਦੀ ਗੱਡੀ ਲੈ ਲੈਂਦੇ ਹੋ ਜਾਂ 21-22,000 ਦੀ ਗੱਡੀ ਲੈਂਦੇ ਹੋ, ਫੋਰ ਐਗਜ਼ਾਮਪਲ ਨਵੀਂ ਜਿਹੜੀ ਜੈਟਾਂ ਆਉਂਦੀਆਂ ਨੇ, ਉਹ ਇੰਨੇ ਕੁ ਰੇਂਜ ਦੇ ਵਿੱਚ ਆ ਜਾਂਦੀਆਂ, 19,000 ਤੋਂ ਸਟਾਰਟ ਹੋ ਕੇ 23-24 ਤੱਕ, ਰਾਈਟ। ਉਹਨਾਂ ਗੱਡੀਆਂ ਦੀ ਕਿਸ਼ਤ ਆਲਮੋਸਟ ਬਣ ਜਾਂਦੀ ਹੈ ਜੀ 200 ਦੇ ਕਰੀਬ ਬਾਈ ਵੀਕਲੀ, ਜਾਂ 180 ਬਾਈ ਵੀਕਲੀ, 175 ਬਾਈ ਵੀਕਲੀ, ਡਿਪੈਂਡ ਕਰਦਾ। ਕਈ ਜ਼ਿਆਦਾ ਚੱਲੀਆਂ ਹੁੰਦੀਆਂ, ਥੋੜ੍ਹੀ ਘੱਟ ਹੋ ਜਾਂਦੀ ਹੈ। ਬਟ ਉਹਨਾਂ ਨਾਲੋਂ ਜੇ ਕੰਪੇਅਰ ਕੀਤਾ ਜਾਵੇ, ਆਫ ਕੋਰਸ ਉਹਨਾਂ ਦੇ ਵਿੱਚ ਜ਼ਿਆਦਾ ਲਗਜ਼ਰੀ ਮਿਲ ਜਾਂਦੀ ਹੈ ਤੁਹਾਨੂੰ। ਹਿਊਂਡਾਈ ਸੋਨਾਟਾ ਹੋ ਗਈ, ਜੈਟਾ ਹੋ ਗਈ, ਇਹ ਇੱਕ ਲੈਵਲ ਤੇ ਆ ਜਾਂਦੀਆਂ ਨੇ। ਕਰੋਲਾ ਹੋ ਗਈ, ਸਿਵਿਕ ਹੋ ਗਈ, ਇਹ ਇੱਕ ਲੈਵਲ ਤੇ ਆ ਜਾਂਦੀਆਂ ਨੇ। ਸੋ ਇਹ ਬਿਲਕੁਲ ਤੁਹਾਡੇ ਤੇ ਡਿਪੈਂਡ ਕਰਦਾ। ਜੇ ਤੁਹਾਨੂੰ ਲੱਗਦਾ ਕਿ ਤੁਸੀਂ ਇਦਾਂ ਦਾ ਕੰਮ ਕਰਦੇ ਹੋ ਕਿ ਤੁਸੀਂ ਆਪਣੀ ਗੱਡੀ ਦੇ ਉੱਤੇ ਖਰਚ ਕਰਨ ਤੋਂ ਬਾਅਦ ਵੀ ਸੇਵਿੰਗ ਤੁਹਾਡੀ ਹੋ ਸਕਦੀ ਹੈ, ਆਫ ਕੋਰਸ ਤੁਸੀਂ ਉਹ ਗੱਡੀਆਂ ਦੇ ਉੱਤੇ ਜਾਓ। ਬਟ ਫॉर ਜਿਹੜੇ ਨਵੇਂ ਸਟੂਡੈਂਟ ਆਉਂਦੇ ਆ, ਜਿਨ੍ਹਾਂ ਨੇ ਹਲੇ ਸਟੱਡੀ ਕੰਪਲੀਟ ਕਰਨੀ ਆ, ਜਿਨ੍ਹਾਂ ਦੇ ਲਈ 2-3 ਸਮੈਸਟਰ ਸਟੱਡੀ ਦੇ ਵੀ ਰਹਿੰਦੇ ਆ, ਤੇ ਉਹਨਾਂ ਨੂੰ ਕੰਮ ਨਹੀਂ ਬਾਹਲਾ ਮਿਲ ਰਿਹਾ, ਉਹ ਸਕਿਪ ਵਗੈਰਾ ਕਰਨਾ ਚਾਹੁੰਦੇ ਆ, ਸੋ ਉਹਨਾਂ ਲਈ ਇਹ ਗੱਡੀ ਬਹੁਤ ਵਧੀਆ ਰਹੂਗੀ। ਗੱਡੀ ਦੀ ਮਾਈਲੇਜ ਦੀ ਗੱਲ ਕਰੀਏ, ਸੋ ਮਾਈਲੇਜ ਵੀ ਬਹੁਤ ਵਧੀਆ ਮਿਲਦੀ ਹੈ। ਸਾਰਿਆਂ ਨੂੰ ਪਤਾ ਹੀ ਹੈ ਕਿ ਸਿਵਿਕ ਤੇ ਕਰੋਲਾ, ਇਹੀ ਦੋਵੇਂ ਗੱਡੀਆਂ ਸਭ ਤੋਂ ਜ਼ਿਆਦਾ ਰਿਲਾਇਬਲ ਤੇ ਮਾਈਲੇਜ ਦੇ ਵਿੱਚ ਸਭ ਤੋਂ ਵਧੀਆ ਹੁੰਦੀਆਂ ਨੇ। ਆਫ ਕੋਰਸ ਜਿੰਨੀ ਤੁਸੀਂ ਵਧੀਆ ਗੱਡੀ ਤੇ ਜਾਓਗੇ, ਜੇ ਕਰੋਲਾ ਦੀ ਜਗ੍ਹਾ ਤੁਸੀਂ ਕੈਮਰੀ ਤੇ ਅਪਗ੍ਰੇਡ ਕਰੋਗੇ ਜਾਂ ਸਿਵਿਕ ਦੀ ਜਗ੍ਹਾ ਤੁਸੀਂ ਅਕੋਰਡ ਤੇ ਅਪਗ੍ਰੇਡ ਕਰੋਗੇ, ਉਨਾ ਹੀ ਤੁਹਾਨੂੰ ਇੰਜਨ ਵੱਡਾ ਮਿਲੂਗਾ। ਆਫ ਕੋਰਸ ਲਗਜ਼ਰੀ ਵੀ ਉਨੀ ਮਿਲੂਗੀ, ਬਟ ਪੈਸਾ ਵੀ ਉਨਾ ਹੀ ਲੱਗੂਗਾ। ਤੇ ਮਾਈਲੇਜ ਦੀ ਗੱਲ ਕਰੀਏ, ਮਾਈਲੇਜ ਵੀ ਤੁਹਾਨੂੰ ਉਹਨਾਂ ਨਾਲੋਂ ਘੱਟ ਮਿਲਣੀ ਹੈ ਐਜ਼ ਕੰਪੇਅਰ ਟੂ ਕਰੋਲਾ ਤੇ ਸਿਵਿਕ। ਤੇ ਹੋਰ ਜੇ ਆਪਾਂ ਗੱਲ ਕਰੀਏ, ਆਫ ਕੋਰਸ ਮੈਂ ਜਿਹੜੇ ਸਟੂਡੈਂਟ ਨਵੇਂ ਆਉਂਦੇ ਆ, ਮੁੰਡੇ ਕੁੜੀਆਂ ਜੋ ਵੀ ਆ, ਮੈਂ ਪ੍ਰੇਫਰ ਕਰੂੰਗਾ ਕਿ ਤੁਸੀਂ ਆਪਣੀ ਪੜ੍ਹਾਈ ਜਦੋਂ ਤੁਹਾਡੀ ਕੰਪਲੀਟ ਹੋਣ ਵਾਲੀ ਆ, ਉਸ ਤੋਂ 1 ਜਾਂ 2 ਸਮੈਸਟਰ ਪਹਿਲਾਂ ਗੱਡੀ ਲਓ। ਰਾਈਟ ਅਵੇ ਆਉਣ ਸਾਰ ਗੱਡੀ ਲੈਣ ਦਾ ਪੰਗਾ ਨਾ ਲਿਆ ਕਰੋ। ਤੇ ਆਫ ਕੋਰਸ ਜੇ ਤੁਸੀਂ ਕੋਈ ਇਦਾਂ ਦੀ ਸਿਟੀ ਦੇ ਵਿੱਚੋਂ, ਜਿੱਦਾਂ ਕਿ ਮੈਂ ਪੀਟਰਬਰੂ ਸਟੱਡੀ ਕੀਤੀ ਸੀਗੀ, ਉੱਥੇ ਕੰਮ ਜ਼ਿਆਦਾ ਨਹੀਂ ਸੀਗਾ। ਸੋ ਉੱਥੇ ਜੇ ਮੇਰੇ ਕੋਲ ਲਾਇਸੈਂਸ ਹੁੰਦਾ, ਮੈਂ ਪਹਿਲਾਂ ਹੀ ਗੱਡੀ ਲੈ ਕੇ ਸਕਿੱਪ ਵਗੈਰਾ ਸਟਾਰਟ ਕਰ ਸਕਦਾ ਸੀਗਾ, ਕਿ ਮੇਰਾ ਕਿਸੇ ਨਾ ਕਿਸੇ ਪਾਸਿਓਂ ਕੰਮ ਸਟਾਰਟ ਹੋ ਜਾਂਦਾ, ਆਫ ਕੋਰਸ ਨਾ। ਤੇ ਬਟ ਜਿਵੇਂ ਬਰੈਂਪਟਨ ਦੇ ਵਿੱਚ ਹੁਣ ਦੇਖੋ, ਕੰਮ ਮਿਲ ਹੀ ਜਾਂਦਾ ਨਾ, ਹਰੇਕ ਸ਼ਹਿਰ ਦੇ ਵਿੱਚ ਮਿਲ ਹੀ ਜਾਂਦਾ। ਸੋ ਜਦੋਂ ਤੱਕ ਤੁਹਾਨੂੰ ਵਧੀਆ ਕੰਮ ਮਿਲੀ ਜਾ ਰਿਹਾ, ਉਦੋਂ ਤੱਕ ਗੱਡੀ ਦਾ ਪੰਗਾ ਨਾ ਪਾਓ। ਜਦੋਂ ਤੁਹਾਨੂੰ ਪਤਾ ਕਿ ਤੁਹਾਡੀ ਪੜ੍ਹਾਈ ਦੇ ਹੁਣ 1-2 ਸਮੈਸਟਰ ਰਹਿ ਗਿਆ, ਤੁਹਾਡੀਆਂ ਫੀਸਾਂ ਫੂਸਾਂ ਨਿਕਲ ਗਈਆਂ ਸਾਰੀਆਂ, ਫੇਰ ਹੀ ਗੱਡੀ ਦਾ ਪੰਗਾ ਲਿਓ। ਉਸ ਤੋਂ ਪਹਿਲਾਂ ਗੱਡੀ ਦਾ ਪੰਗਾ ਨਾ ਲਿਓ, ਜੋ ਕਿ ਮੇਰੀ ਸਲਾਹ ਹੋਊਗੀ। ਬਾਕੀ ਤੁਹਾਡੀ ਮਰਜ਼ੀ ਆ। ਕਈ ਮੁੰਡੇ ਆਪਣੇ ਚਾਰਜਰ ਚੈਲੰਜਰਾਂ ਲੈ ਲੈਂਦੇ ਆ, ਉਹ ਸ਼ੌਕਬਾਜ਼ੀ ਲੈ ਲੈਂਦੇ ਆ, ਏਡੀ ਕੋਈ ਗੱਲ ਹੈ ਨਹੀਂ। ਬਟ ਜਿੰਨੇ ਕੁ ਵੀ ਮੇਰੇ ਫਰੈਂਡ ਰਹੇ ਆ, ਤੇ ਆਫ ਕੋਰਸ ਬਾਕੀਆਂ ਬਾਰੇ ਮੈਨੂੰ ਪਤਾ ਨਹੀਂ, ਬਟ ਜਿੰਨੇ ਕੁ ਵੀ ਮੇਰੇ ਫਰੈਂਡ ਰਹੇ ਆ ਜਿਨ੍ਹਾਂ ਨੇ ਇਦਾਂ ਦੀਆਂ ਗੱਡੀਆਂ ਲਈਆਂ ਨੇ, ਉਹ ਇੱਕ ਟਾਈਮ ਤੇ ਜਾ ਕੇ ਉਹਨਾਂ ਨੇ ਇਦਾਂ ਦਾ ਸੋਚਿਆ ਹੀ ਆ ਕਿ ਮੈਂ ਸ਼ਾਇਦ ਕੋਈ ਸਸਤੀ ਗੱਡੀ ਪਹਿਲਾਂ ਲੈ ਸਕਦਾ ਸੀਗਾ, ਤੇ ਮੈਂ ਇਦਾਂ ਦੀ ਗੱਡੀ ਲੈਣ ਨੂੰ ਹਲੇ ਪੂਰੀ ਲਾਈਫ ਪਈ ਆ, ਹਨਾ ਵੀ। ਸੋ ਮੈਂ ਨਹੀਂ ਸੁਜੈਸਟ ਕਰੂੰਗਾ ਤੁਹਾਨੂੰ ਕੋਈ ਵੱਡੀ ਗੱਡੀ ਲੈਣ ਨਾਲੋਂ, ਤੇ ਬੈਟਰ ਆ ਕਿ ਕਰੋਲਾ ਜਾਂ ਸਿਵਿਕ ਲੈ ਲਓ। ਜੇ ਇਸ ਤੋਂ ਥੋੜੀ ਬੈਟਰ ਲੈਣੀ ਹੈ, ਕੈਮਰੀ ਲੈ ਲਓ, ਉਧਰ ਰਿਕਾਰਡ ਲੈ ਲਓ, ਹਨਾ। ਉਹ ਵੀ ਗੱਡੀਆਂ ਆਫ ਕੋਰਸ ਥੋੜ੍ਹੀਆਂ ਮਹਿੰਗੀ ਪੈਣਗੀਆਂ, ਬਟ ਉਹ ਰਿਲਾਇਬਲ ਆ, ਕਿ ਉਹ ਜੇ ਤੁਸੀਂ ਇੱਕ ਵਾਰ ਲੈ ਲਈ ਤਾਂ ਤੁਹਾਡੀ 4-5 ਸਾਲ ਤੱਕ ਘੱਟੋ ਘੱਟ ਗੱਡੀ ਕਿਤੇ ਨਹੀਂ ਗਈ ਹੈਗੀ। ਉਸ ਤੋਂ ਅੱਗੇ ਵੀ ਜੇ ਤੁਸੀਂ ਫੈਮਿਲੀ 'ਚ ਰੱਖਣੀ ਹੈ, ਤੇ ਤੁਸੀਂ ਉਹ ਗੱਡੀਆਂ ਨੂੰ ਬਿਲਕੁਲ ਰੱਖ ਸਕਦੇ ਹੋ, ਜੇ ਤੁਸੀਂ ਉਹਨਾਂ ਦੀ ਮੇਨਟੇਨੈਂਸ ਪ੍ਰੋਪਰ ਟਾਈਮ ਤੇ ਕਰਾਓਗੇ। ਸੋ ਇਹੀ ਸੀਗਾ ਇੱਕ ਮੇਰੀ ਫਰਸਟ ਵੀਡੀਓ ਦਾ ਰਿਵਿਊ, ਮੇਰੀ ਗੱਡੀ ਦਾ ਰਿਵਿਊ। ਤੇ ਜੇ ਕੋਈ ਹੋਰ ਕੁਐਸਚਨ ਤੁਹਾਡੇ, ਤੁਸੀਂ ਪੁੱਛਣਾ ਚਾਹੁੰਦੇ ਹੋ, ਤੁਸੀਂ ਕਮੈਂਟ ਕਰਕੇ ਕੁਐਸਚਨ ਪੁੱਛ ਸਕਦੇ ਹੋ, ਮੈਂ ਰਿਪਲਾਈ ਕਰੂੰਗਾ। ਤੇ ਅੱਗੇ ਮੈਂ ਜੋ ਵੀ ਇੰਟੀਰੀਅਰ ਦੇ ਮੋਡੀਫਿਕੇਸ਼ਨਸ, ਆਫ ਕੋਰਸ ਡੇ ਟਾਈਮ ਦੇ ਵਿੱਚ ਇੰਨੇ ਸੋਹਣੇ ਨਹੀਂ ਲੱਗਦੇ, ਉਹ ਲੱਗੇ ਹੋਏ ਪਤਾ ਨਹੀਂ ਚੱਲਦਾ ਉਹ ਮੋਡੀਫਿਕੇਸ਼ਨਸ ਦੇ ਬਾਰੇ। ਉਹਦੇ ਨਾਲ ਮੈਂ ਅੱਗੇ ਹੀ ਇੱਕ ਵੀਡੀਓ ਹੋਰ ਅਟੈਚ ਕਰਨ ਲੱਗਾ, ਤੁਸੀਂ ਉਹ ਵੀ ਜ਼ਰੂਰ ਚੈੱਕ ਕਰਿਓ। ਵੀਡੀਓ ਨੂੰ ਐਂਡ ਤੱਕ ਦੇਖਣ ਲਈ ਵੀ ਤੁਹਾਡਾ ਸਾਰਿਆਂ ਦਾ ਥੈਂਕ ਯੂ ਆ। ਤੇ ਆਫ ਕੋਰਸ ਚੈਨਲ ਨਵਾਂ ਆ, ਤੇ ਵੀਡੀਓਜ਼ ਦੇ ਵਿੱਚ ਕਾਫੀ ਜਗ੍ਹਾ ਤੇ ਗਲਤੀਆਂ ਵੀ ਹੋਣਗੀਆਂ। ਸੋ ਜੋ ਵੀ ਤੁਹਾਨੂੰ ਲੱਗਦਾ ਕਿ ਇੰਪਰੂਵਮੈਂਟ ਕਿਸੇ ਸੈਕਸ਼ਨ ਦੇ ਵਿੱਚ ਹੋਣੀ ਚਾਹੀਦੀ ਹੈ, ਤੇ ਕਮੈਂਟ ਕਰਕੇ ਜਾਂ ਮੈਨੂੰ ਪਰਸਨਲ ਮੈਸੇਜ ਕਰਕੇ, ਜਿਹੜੇ ਮੈਨੂੰ ਜਾਣਦੇ ਆ, ਮੈਨੂੰ ਜ਼ਰੂਰ ਦੱਸਿਓ ਕਿ ਇਹ ਜਗ੍ਹਾ ਤੇ ਮੈਂ ਇਦਾਂ
ਛੱਡ ਕੇ ਤੇ ਕੁਛ ਹੋਰ ਟਰਾਈ ਕਰ ਸਕਦਾ ਸੀਗਾ ਇੰਪਰੂਵ ਕਰਨ ਦੇ ਲਈ। ਤੇ ਬਾਕੀ ਜੇ ਤੁਹਾਨੂੰ ਵਧੀਆ ਲੱਗੇ ਤਾਂ ਲਾਈਕ ਜ਼ਰੂਰ ਕਰਿਓ ਤੇ ਉਹਨਾਂ ਨਾਲ ਜ਼ਰੂਰ ਸ਼ੇਅਰ ਕਰਿਓ ਕਿ ਜਿਹੜੇ ਕਿ ਤੁਹਾਨੂੰ ਲੱਗਦਾ ਕਿ ਇਹ ਵੀਡੀਓ ਨੂੰ ਲਾਈਕ ਕਰਨਗੇ, ਜਿਹੜੇ ਕਿ ਆਪਣੀ ਜਿਨ੍ਹਾਂ ਕੋਲ ਆਪਦੇ ਮੁੰਡੇ ਕੋਲ ਗੱਡੀ ਹੈਗੀ ਆ ਤੇ ਉਹ ਕੈਲੀਪਰ ਪੇਂਟ ਕਰਨਾ ਚਾਹੁੰਦੇ ਆ, ਟੇਲ ਲਾਈਟ ਟਿੰਟ ਕਰਨਾ ਚਾਹੁੰਦੇ ਆ, ਪੇਂਟ ਕਰਨਾ ਚਾਹੁੰਦੇ ਆ, ਉਹਨਾਂ ਤੱਕ ਜ਼ਰੂਰ ਵੀਡੀਓ ਨੂੰ ਸ਼ੇਅਰ ਕਰਿਓ ਕਿਉਂਕਿ ਮੈਂ ਅੱਗੇ ਦੀ ਵੀਡੀਓਜ਼ ਦੇ ਵਿੱਚ ਉਹ ਵੀ ਸਾਰੇ ਮੋਡੀਫਿਕੇਸ਼ਨ ਸ਼ੇਅਰ ਕਰੂੰਗਾ। ਤੇ ਇੰਟੀਰੀਅਰ ਦੇ ਵਿੱਚ ਵੀ ਈਐਲ ਵਾਇਰਿੰਗ ਮੇਰੀ ਇੱਕ ਸਾਈਡ ਗੇਟ ਦੇ ਉੱਤੇ ਥੋੜੀ ਚੰਗੀ ਤਰ੍ਹਾਂ ਇੰਸਟਾਲ ਨਹੀਂ ਹੋਈ ਸੀਗੀ, ਇੱਧਰਲੀ ਵਧੀਆ ਇੰਸਟਾਲ ਹੋਈ ਹੋਈ ਆ, ਉਧਰਲੀ ਇੰਸਟਾਲ ਵਧੀਆ ਨਹੀਂ ਹੋਈ ਤੇ ਆਪਾਂ ਉਹਨੂੰ ਵੀ ਦੁਬਾਰੇ ਇੰਸਟਾਲ ਕਰਾਂਗੇ ਤੇ ਉਹਦਾ ਵੀ ਮੈਂ ਸ਼ੋਅ ਕਰੂੰਗਾ ਕਿ ਮੈਂ ਕਿੱਦਾਂ ਉਹ ਵਾਇਰ ਇੰਸਟਾਲ ਕੀਤੀ ਹੈ। ਤੇ ਅੱਗੇ ਵੀਡੀਓ ਨੂੰ ਜ਼ਰੂਰ ਚੈੱਕ ਕਰਿਓ ਜਿਹੜੀ ਕਿ ਮੈਂ ਇੰਟੀਰੀਅਰ ਲਾਈਟਿੰਗ ਦੀ ਰਾਤ ਦੀ ਵੀਡੀਓ ਬਣਾਈ ਹੈ। ਤੇ ਥੈਂਕ ਯੂ ਸੋ ਮਚ। ਚੱਟਣੀਆਂ ਲਾਜ਼ਮੀ, ਨਦਾਇਆ ਕੋਮਨ ਫਰੇਜ਼ਨੀ, ਮਾਮੇ ਤੇ ਮਾਮੇ ਕਰੇ